Hello students, I am Monica. Again welcome to my online class. Now we will start the operators of C language that are used in the C language, that are the operators. In previous chapter I have told about the operators and operands. Operands, what the data that on which action has to be performed, that action which are performing on that data, that are called the operations. So for that operations we used some operators. So here many types of operators in the C language and other languages which have used are discussed. ਸੋ ਪਹਿਲਾਂ ਆਪਣੇ ਕੋਲ ਬੱਚੇ ਇਹਦੇ ਵਿੱਚ ਹੈ ਏਮਸ ਐਂਡ ਆਬਜੈਕਟਿਵਸ ਕਿ ਐਕਚੁਅਲ ਦੇ ਵਿੱਚ ਆਬਜੈਕਟਿਵ ਕੀ ਹੈ ਮੇਨਲੀ, ਇਹ ਆਪਾਂ ਜੋ ਆਪਰੇਟਰਸ ਕਰ ਰਹੇ ਹਾਂ ਇਹਨਾਂ ਨੂੰ ਕਿੱਥੇ ਯੂਜ਼ ਕਰਦੇ ਹਾਂ, ਕਿਉਂ ਕਰ ਰਹੇ ਹਾਂ। ਤੇ ਇਹਨਾਂ ਨੇ ਕਿਹਾ ਕਿ ਆਪਾਂ ਇਸ ਚੈਪਟਰ ਦੇ ਵਿੱਚ ਕੀ ਕੁਝ ਕਰਾਂਗੇ। ਆਪਰੇਟਰਸ ਦੇ ਅੰਦਰ ਆਪਣੇ ਕੋਲ ਆਉਂਦੇ ਆ ਅਰਥਮੈਟਿਕ ਆਪਰੇਟਰਸ, ਰਿਲੇਸ਼ਨਲ ਆਪਰੇਟਰਸ, ਲੌਜੀਕਲ ਆਪਰੇਟਰਸ, ਠੀਕ ਹੈ। ਦੈਨ ਆਪਾਂ ਇਸ ਨੂੰ ਸਮਝ ਸਕਦੇ ਹਾਂ ਜਦੋਂ ਆਪਾਂ ਇਸ ਚੈਪਟਰ ਨੂੰ, ਮੈਂ ਤੁਹਾਨੂੰ ਦੱਸਿਆ ਕਿ ਬਰੀਫਲੀ ਜਦੋਂ ਮੈਂ ਤੁਹਾਨੂੰ ਦੱਸਾਂਗੀ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਅਰਥਮੈਟਿਕ ਆਪਰੇਸ਼ਨਸ ਕੀ ਕੰਮ ਕਰਦੇ ਆ, ਰਿਲੇਸ਼ਨਲ ਆਪਰੇਟਰਸ ਕੀ ਕੰਮ ਕਰਦੇ ਆ, ਲੌਜੀਕਲ ਦਾ ਕੀ ਕੰਮ ਹੈ, ਅਸਾਈਨਮੈਂਟਸ ਦਾ ਕੀ ਕੰਮ ਹੈ, ਇਨਕਰੀਮੈਂਟ, ਡਿਕਰੀਮੈਂਟ, ਕੰਡੀਸ਼ਨਲ, ਬਿਟ ਵਾਈਜ਼, ਸਪੈਸ਼ਲ ਆਪਰੇਟਰਸ। ਇਹ ਵੈਸੇ ਮੈਂ ਤੁਹਾਨੂੰ ਥੋੜ੍ਹਾ ਬਹੁਤ ਇਹਨਾਂ ਬਾਰੇ ਪਹਿਲਾਂ ਦੱਸਿਆ ਸੀ, ਬਟ ਹੁਣ ਆਪਾਂ ਡਿਟੇਲ ਦੇ ਵਿੱਚ ਇਹਨਾਂ ਬਾਰੇ ਦੇਖਦੇ ਹਾਂ ਕਿ ਕੀ ਕੰਮ ਆਉਂਦੇ ਆ ਇਹ। ਦੈਨ ਇਹਦੇ ਵਿੱਚ ਕੀ ਹੈ ਕਿ ਸੀ ਕਾਫੀ ਜ਼ਿਆਦਾ ਆਪਰੇਟਰਸ ਨੂੰ ਪਰਫੋਰਮ ਕਰਦਾ ਹੈ, ਸਪੋਰਟ ਕਰਦਾ ਉਹਨਾਂ ਨੂੰ ਕੋਈ ਵੀ ਟਾਸਕ ਜਾਂ ਕੋਈ ਵੀ ਐਕਸ਼ਨਸ ਪਰਫੋਰਮ ਕਰਨ ਲਈ। ਫਸਟ ਜਿਵੇਂ ਆਪਣੇ ਕੋਲ ਇਹਦੇ ਵਿੱਚ ਹੈਗੇ ਹੈ ਅਰਥਮੈਟਿਕ ਆਪਰੇਸ਼ਨਸ। ਇਨ ਦਾ ਅਰਥਮੈਟਿਕ ਆਪਰੇਸ਼ਨਸ ਆਪਣੇ ਕੋਲ ਇਹਨਾਂ ਨੇ ਦੇਖੋ ਪਹਿਲਾਂ ਦੱਸੇ ਨੇ 8 ਆਪਣੇ ਕੋਲ ਆਪਰੇਟਰਸ ਨੇ ਡਿਫਰੈਂਟ। ਅਰਥਮੈਟਿਕ ਆਪਰੇਸ਼ਨ, ਰਿਲੇਸ਼ਨਲ, ਲੌਜੀਕਲ, ਅਸਾਈਨਮੈਂਟ, ਇਨਕਰੀਮੈਂਟ, ਡਿਕਰੀਮੈਂਟ, ਕੰਡੀਸ਼ਨਲ ਆਪਰੇਟਰ, ਬਿਟ ਵਾਈਜ਼ ਐਂਡ ਸਪੈਸ਼ਲ। ਇਹ ਆਪਣੇ ਕੋਲ 8 ਤਰ੍ਹਾਂ ਦੇ ਆਪਰੇਟਰਸ ਨੇ। ਇਹਦੇ ਵਿੱਚੋਂ ਆਪਾਂ ਫਸਟ ਕਰਦੇ ਹਾਂ ਅਰਥਮੈਟਿਕ ਆਪਰੇਟਰਸ। ਅਰਥਮੈਟਿਕ ਆਪਰੇਟਰਸ ਜਿਵੇਂ ਕਿ ਆਪਣੇ ਕੋਲ ਐਡੀਸ਼ਨ ਹੈ ਜੋ ਅਰਥਮੈਟਿਕ ਕੈਲਕੂਲੇਸ਼ਨਸ ਕਰਦੇ ਹੈ, ਸਬਟਰੈਕਸ਼ਨ ਹੈ, ਮਲਟੀਪਲੀਕੇਸ਼ਨ ਹੈ, ਡਿਵੀਜ਼ਨ ਹੈ। ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ A-B ਹੋ ਗਿਆ, ਠੀਕ ਹੈ। ਇਹ ਕੀ ਹੈ, ਸਬਟਰੈਕਸ਼ਨ ਹੈ। A+B ਕੀ ਹੋ ਗਿਆ ਆਪਣੇ ਕੋਲ, ਐਡੀਸ਼ਨ ਹੈ। A×B ਆਪਣੀ ਮਲਟੀਪਲੀਕੇਸ਼ਨ ਹੈ, ਠੀਕ ਹੈ। ਜਿਵੇਂ ਆ P ਮੋਡੂਲਸ ਜਾਂ P/Q, ਇਹਨਾਂ ਨੇ ਕਿਹਾ ਮੋਡਿਊਲੋ ਡਿਵੀਜ਼ਨ ਵੀ ਹੈ, ਠੀਕ ਹੈ, ਪਰਸੈਂਟੇਜ ਕੱਢਣ ਲਈ। P/Q ਇਹ ਕੀ ਆਪਣਾ ਨੋਰਮਲ ਸਿੰਪਲ ਡਿਵੀਜ਼ਨ ਆਪਰੇਟਰ ਹੈ ਇਨ ਦਾ ਅਰਥਮੈਟਿਕ ਆਪਰੇਟਰਸ। ਦੈਨ ਇਹਨਾਂ ਨੇ ਕਿਹਾ ਕਿ ਸੀ ਦੇ ਵਿੱਚ ਹੁਣ ਆਪਣੇ ਐਕਸਪੋਨੈਂਟਸ ਤੁਸੀਂ ਪੜ੍ਹੇ ਹੋਣੇ E⁻0, E⁻n ਤੁਸੀਂ ਮੈਥਸ ਦੇ ਵਿੱਚ ਪਹਿਲਾਂ ਪੜ੍ਹਿਆ ਹੋਊਗਾ ਜੇ ਕਿਸੇ ਨੇ +2 ਤੱਕ। ਤਾਂ ਆਪਣੇ ਕੋਲ ਐਕਸਪੋਨੈਂਟ ਆਪਰੇਸ਼ਨ ਹੁੰਦਾ ਇੱਕ ਮੈਥੇਮੈਟੀਕਲੀ, ਬਟ ਸੀ ਉਸ ਐਕਸਪੋਨੈਂਟ ਆਪਰੇਸ਼ਨ ਨੂੰ ਸਪੋਰਟ ਨਹੀਂ ਕਰਦਾ। ਇਹਦੇ ਵਿੱਚ ਹੈ ਇੰਟੀਜ਼ਰ ਅਰਥਮੈਟਿਕ। ਇੰਟੀਜ਼ਰ ਅਰਥਮੈਟਿਕ ਦੇ ਵਿੱਚ ਕੀ ਹੈ ਕਿ ਦੋ ਆਪਣੇ ਕੋਲ ਇੰਟੀਜ਼ਰ ਵੈਲਿਊਜ਼ ਨੇ ਐਕਸਪ੍ਰੈਸ਼ਨ ਦੇ ਵਿੱਚ, ਉਹਨਾਂ 'ਤੇ ਕੋਈ ਵੀ ਆਪਾਂ ਕੈਲਕੂਲੇਸ਼ਨ ਕਰਨੀ ਹੈ, ਠੀਕ ਹੈ। ਉਹਦੇ 'ਤੇ ਆਪਾਂ ਜੋ ਐਕਸਪ੍ਰੈਸ਼ਨ ਉਹਨੂੰ ਪਰਫੋਰਮ ਕਰਦੇ ਹਾਂ ਉਸ ਨੂੰ ਕਹਿੰਦੇ ਆ ਇੰਟੀਜ਼ਰ ਐਕਸਪ੍ਰੈਸ਼ਨ। ਦੈਨ ਉਸ ਤੋਂ ਬਾਅਦ ਆਪਣੇ ਕੋਲ ਜੋ ਆਪਰੇਸ਼ਨ ਪਰਫੋਰਮ ਹੋ ਰਿਹਾ ਇਹਦੇ ਵਿੱਚ ਉਹ ਕੀ ਹੈ, ਇੰਟੀਜ਼ਰ ਅਰਥਮੈਟਿਕ, ਠੀਕ ਹੈ। ਡਿਊਰਿੰਗ ਮੋਡਿਊਲੋ ਡਿਵੀਜ਼ਨ ਦਾ ਸਾਈਨ ਆਫ ਰਿਜ਼ਲਟ ਇਜ਼ ਆਲਵੇਜ਼ ਦਾ ਸਾਈਨ ਆਫ ਫਸਟ ਆਪਰੈਂਡ। ਜੋ ਫਸਟ ਆਪਰੈਂਡ ਦਾ ਸਾਈਨ ਸੀ ਉਹੀ ਉਹਦੇ 'ਤੇ ਆਉਂਦਾ ਹੈ ਜੇਕਰ ਮੋਡਿਊਲੋ ਡਿਵੀਜ਼ਨ ਹੈ। ਜਿਵੇਂ -14 ਮੋਡਿਊਲ 3 ਤਾਂ ਇਹਦੇ 'ਤੇ ਕੀ ਆਊਗਾ 2, 3 4 12 ਹੁੰਦਾ, 2 ਲੈਫਟ ਹੈ, ਪੁਆਇੰਟਸ ਦੇ ਵਿੱਚ ਨਹੀਂ ਲੈਂਦੇ। ਮੋਡਿਊਲੋ ਕੀ ਹੁੰਦਾ ਕਿ ਆਪਾਂ ਮੋਡੂਲਸ ਕਰ ਦਿੰਦੇ ਹਾਂ ਉਸ ਚੀਜ਼ ਦਾ, ਓਵਰਆਲ ਜੋ ਐਪਰੋਕਸੀਮੇਸ਼ਨ ਆਪਣੇ ਕੋਲ ਰਿਜ਼ਲਟ ਆਉਂਦਾ ਆਪਾਂ ਸਿਰਫ ਉਹੀ ਲੈਂਦੇ ਹਾਂ। ਤਾਂ ਇਹਦੇ ਵਿੱਚ ਕੀ ਹੈ, 2 ਆਪਣੇ ਕੋਲ ਕੀ ਰਹਿ ਗਿਆ, ਰਿਮਾਈਂਡਰ ਹੈ, ਤਾਂ ਇਹਨਾਂ ਨੇ -2 ਇਹਦਾ ਆਨਸਰ ਲਿਆ। ਜੇਕਰ 14 ਪੋਜ਼ੀਟਿਵ ਹੈ ਤਾਂ ਆਨਸਰ ਵੀ ਪੋਜ਼ੀਟਿਵ ਹੋਊ। ਜੇ ਫਸਟ ਜੋ ਆਪਣੇ ਕੋਲ ਐਕਸਪ੍ਰੈਸ਼ਨ ਦੇ ਵਿੱਚ ਆਪਰੈਂਡ ਹੈ ਅਗਰ ਉਹ ਆਪਰੈਂਡ ਨੈਗੇਟਿਵ ਹੈ ਦੈਨ ਰਿਜ਼ਲਟ ਵੀ ਨੈਗੇਟਿਵ ਹੋਊ। ਅਗਰ ਉਹ ਆਪਰੈਂਡ ਆਪਣੇ ਕੋਲੇ ਪੋਜ਼ੀਟਿਵ ਹੈ ਤਾਂ ਰਿਜ਼ਲਟ ਵੀ ਪੋਜ਼ੀਟਿਵ ਹੋਊ। ਦੈਨ ਹੈ ਰੀਅਲ ਅਰਥਮੈਟਿਕ। ਉਹ ਇੰਟੀਜ਼ਰਸ 'ਤੇ ਸੀ, ਇਹ ਰੀਅਲ ਵੈਲਿਊਜ਼ 'ਤੇ ਹੈ। ਰੀਅਲ ਵੈਲਿਊਜ਼ ਨੇ ਜੋ ਆਪਣੀਆਂ ਰੀਅਲ ਆਪਰੈਂਡਸ ਨੇ, ਜਿਵੇਂ ਕਿ XY ਕੀ ਨੇ, ਫਲੋਟਿੰਗ ਵੈਲਿਊਜ਼ ਨੇ। ਦੈਨ X ਆਪਣੇ ਕੋਲੇ 6/7 ਹੈ, ਠੀਕ ਹੈ। ਦੈਨ Y = ਆਪਣੇ ਕੋਲ ਜੋ ਵੈਲਿਊ ਹੈ ਇਹਨਾਂ ਦੇ ਪੁਆਇੰਟਸ ਦੇ ਵਿੱਚ ਲੈ ਲਈ ਤਾਂ ਇਹਨਾਂ ਨੇ 8 ਆਪਾਂ ਕਹਿ ਦਿੰਦੇ ਸੀ ਨਾ, ਉਹਨੂੰ ਸ਼ਿਫਟ ਕਰ ਦਿੰਦੇ ਸੀ ਤਾਂ 8 ਅਪਰੋਕਸੀਮੇਸ਼ਨ ਲਈਏ ਤਾਂ ਉਹਦੀ ਵੈਲਿਊ ਕੀ ਆਏਗੀ 1। ਦੈਨ ਹੈ ਮਿਕਸਡ ਮੋਡ। ਮਿਕਸਡ ਮੋਡ ਕਿਵੇਂ ਕਿ ਰੀਅਲ ਵੈਲਿਊਜ਼ ਵੀ ਨੇ ਵਿੱਚ ਹੀ, ਫਲੋਟਿੰਗ ਵੈਲਿਊਜ਼ ਨੇ ਵਿੱਚ, ਇੰਟੀਜ਼ਰ ਵੈਲਿਊਜ਼ ਨੇ, ਉਹਨਾਂ ਦਾ ਆਪਸ ਦੇ ਵਿੱਚ ਆਪਰੇਸ਼ਨ, ਉਹਨੂੰ ਕਹਿੰਦੇ ਆ ਮਿਕਸਡ ਮੋਡ ਅਰਥਮੈਟਿਕ।
ਦੈਨ ਰਿਲੇਸ਼ਨਲ ਆਪਰੇਟਰ। ਰਿਲੇਸ਼ਨਲ ਆਪਰੇਟਰ ਕਿਹੜੇ ਨੇ? ਜਿਹੜੇ ਆਪਸ 'ਚ ਇੱਕ ਦੂਸਰੇ ਨੂੰ ਰਿਲੇਸ਼ਨ ਸ਼ੋ ਕਰਦੇ ਆ। ਕਿੱਦਾਂ ਆਪਣੇ ਕੋਲੇ ਹੋਏਗਾ? ਕੰਪੈਰੀਜ਼ਨਸ ਕੈਨ ਬੀ ਡਨ ਵਿਦ ਦ ਹੈਲਪ ਆਫ ਰਿਲੇਸ਼ਨਲ ਆਪਰੇਟਰਸ। ਇਹਦੇ ਵਿੱਚ ਰਿਲੇਸ਼ਨਲ ਆਪਰੇਟਰਸ ਨਾਲ ਆਪਾਂ ਕੰਪੈਰੀਜ਼ਨ ਸ਼ੋ ਕਰਦੇ ਹਾਂ, ਜਿਵੇਂ ਲੈਸ ਦੈਨ, ਗ੍ਰੇਟਰ ਦੈਨ ਹੈ, ਠੀਕ ਹੈ। ਇਹ ਲੈਸ ਦੈਨ ਔਰ ਇਕੁਅਲ ਟੂ, ਗ੍ਰੇਟਰ ਦੈਨ ਔਰ ਇਕੁਅਲ ਟੂ, ਜਾਂ ਫਿਰ ਇਕੁਅਲ ਟੂ। ਇਹ ਆਪਣੇ ਕੀ ਨੇ? ਇੱਕ ਰਿਲੇਸ਼ਨ ਬਣਾਉਂਦੇ ਨੇ। ਮੰਨ ਲਓ ਆਪਣੇ ਕੋਲ ਕੀ ਹੈ? 5 ਇਜ਼ ਗ੍ਰੇਟਰ ਦੈਨ 4। ਇਹਨਾਂ ਨੇ ਕੰਪੈਰੀਜ਼ਨ ਕੀਤਾ ਦੋ ਨੰਬਰਸ ਦਾ, ਉਹਨਾਂ ਦੇ ਵਿੱਚ ਇੱਕ ਰਿਲੇਸ਼ਨ ਦਿਖਾਇਆ। ਕੀ ਰਿਲੇਸ਼ਨ ਹੈ? ਕਿ 5 ਕੀ ਹੈ? 4 ਤੋਂ ਗ੍ਰੇਟਰ ਦੈਨ ਹੈ। ਅਗਰ ਆਪਾਂ ਕਹੀਏ ਕਿ 5 ਇਜ਼ ਗ੍ਰੇਟਰ ਦੈਨ ਔਰ ਇਕੁਅਲ ਟੂ x, ਠੀਕ ਹੈ। ਹੁਣ ਜੇ ਆਪਣੇ ਕੋਲ x ਦੀ ਵੈਲਿਊ ਮੰਨ ਲਓ ਕੋਈ ਵੀ 5 ਦਿੰਦਾ, ਫਿਰ ਤਾਂ ਉਹ ਇਕੁਅਲ ਟੂ ਹੋ ਜਾਏਗਾ। ਹੋ ਸਕਦਾ x ਦੀ ਵੈਲਿਊ ਆਪਾਂ ਪਹਿਲਾਂ ਰਿਪਰੈਜ਼ੈਂਟ ਕੀਤੀ ਹੈ ਕਿ x ਦੀ ਵੈਲਿਊ ਹੋਏਗੀ ਲੈਸ ਦੈਨ 5, ਠੀਕ ਹੈ। ਤਾਂ x ਦੀ ਵੈਲਿਊ ਆਪਾਂ ਕਿੱਥੋਂ ਸ਼ੁਰੂ ਕਰਾਂਗੇ? 1 ਤੋਂ ਲੈ ਕੇ 5 ਤੱਕ। ਤਾਂ ਹੁਣ ਇੱਥੇ 5 ਕੀ ਹੈ? ਗ੍ਰੇਟਰ ਦੈਨ ਔਰ ਇਕੁਅਲ ਟੂ x। ਮਤਲਬ ਇੱਥੇ ਆਪਣੇ ਕੋਲ ਕੀ ਸ਼ੋ ਕਰ ਰਿਹਾ ਹੈ ਕਿ x ਦੀ ਵੈਲਿਊ ਕਿੱਥੇ ਤੱਕ ਹੋਏਗੀ? ਜਾਂ ਤਾਂ x ਤੋਂ 5 ਤੋਂ ਛੋਟੀ ਹੋਏਗੀ ਜਾਂ ਫਿਰ 5 ਦੇ ਬਰਾਬਰ। ਮਤਲਬ 1 ਤੋਂ ਲੈ ਕੇ ਆਪਣੀ 5 ਤੱਕ ਚੱਲੇਗੀ, ਜਾਂ ਫਿਰ 0 ਤੋਂ ਲੈ ਕੇ 5 ਤੱਕ ਚੱਲੇਗੀ। ਇਹ ਆਪਣੇ ਕੁਝ ਆਪਰੇਟਰਸ ਨੇ ਜੋ ਆਪਾਂ ਪ੍ਰੋਗਰਾਮਿੰਗ ਦੇ ਵਿੱਚ ਵੀ ਨੈਕਸਟ ਯੂਜ਼ ਕਰਾਂਗੇ ਇਨ ਵੇਰੀਅਸ ਲੂਪਸ। ਇਹਦੇ ਵਿੱਚ ਹੁਣ ਗ੍ਰੇਟਰ ਦੈਨ ਆਪਰੇਟਰ ਹੈ, ਇਕੁਅਲ ਟੂ ਆਪਰੇਟਰ ਹੈ। ਮੰਨ ਲਓ ਆਪਣੇ ਕੋਲ 5 ਇਜ਼ ਇਕੁਅਲ ਟੂ 5, ਤਾਂ ਆਪਾਂ ਇੱਥੇ ਇਕੁਅਲ ਟੂ ਆਪਰੇਟਰ ਯੂਜ਼ ਕਰਦੇ ਹਾਂ। x ਦੀ ਕੋਈ ਵੈਲਿਊ ਲਈ ਸੀ, x ਇਜ਼ ਇਕੁਅਲ ਟੂ y, ਮਤਲਬ ਇਹਦੇ ਵਿੱਚ ਜੋ ਸੀ ਆਪਣੇ ਕੋਲੇ x ਦੀ ਵੈਲਿਊ ਵੀ ਮੰਨ ਲਓ 4 ਸੀ, y ਦੀ ਵੈਲਿਊ ਵੀ 4 ਸੀ, ਤਾਂ ਕੀ ਹੋ ਗਏ? ਦੋਨੋਂ ਆਪਣੇ ਕੋਲ ਵੇਰੀਏਬਲਸ ਕੀ ਹੋ ਗਏ? ਇਕੁਅਲ ਹੋ ਗਏ। ਦੈਨ ਇਹਨਾਂ ਦਾ ਰਿਲੇਸ਼ਨ ਕੀ ਰਿਪਰੈਜ਼ੈਂਟ ਕਰ ਰਿਹਾ ਹੈ? ਦੈਟ x ਐਂਡ y ਬੋਥ ਵੇਰੀਏਬਲਸ ਆਰ ਇਕੁਅਲ। ਦੈਨ ਨੈਕਸਟ ਆਪਣੇ ਕੋਲ ਹੈ ਲੌਜੀਕਲ ਆਪਰੇਟਰਸ। ਲੌਜੀਕਲ ਕੀ ਹੈ? ਜਿਨ੍ਹਾਂ ਦੇ ਵਿੱਚ ਲੌਜਿਕ ਹੁੰਦਾ ਹੈ। ਲੌਜਿਕ ਕਿੱਦਾਂ? ਕਿ ਜਦੋਂ ਕੋਈ ਚੀਜ਼ ਜਾਂ ਤਾਂ ਇਹਦੇ ਬਰਾਬਰ ਹੋਏਗੀ, ਜਾਂ ਫਿਰ ਇਹਨਾਂ ਦੋਨਾਂ 'ਚੋਂ ਕੋਈ ਇੱਕ ਵੈਲਿਊ ਲੈਣੀ ਹੈ, ਜਾਂ ਆਪਾਂ ਦੋਨੋਂ ਹੀ ਲਵਾਂਗੇ। ਇੱਕ ਲੌਜਿਕ ਚੱਲ ਰਿਹਾ ਹੈ ਕਿ ਜੇਕਰ ਇਹ ਆਪਣੇ ਕੋਲੇ ਮਤਲਬ ਮੰਨ ਲਓ ਸਪੋਜ਼ ਕਿਹਾ ਇਹਨਾਂ ਨੇ ਕਿ ਜੇਕਰ x ਦੀ ਵੈਲਿਊ y ਤੋਂ ਵੱਡੀ ਹੈ, ਦੈਨ ਆਪਾਂ x ਨੂੰ ਹੀ ਚੂਜ਼ ਕਰਾਂਗੇ। ਤਾਂ ਇੱਕ ਲੌਜਿਕ ਹੋ ਗਿਆ ਇੱਥੇ। ਜਿਵੇਂ ਲੌਜੀਕਲ ਐਂਡ ਆਪਰੇਟਰ ਹੈ, ਲੌਜੀਕਲ ਔਰ ਆਪਰੇਟਰ ਹੈ, ਲੌਜੀਕਲ ਨੋਟ ਹੈ। ਜਿਵੇਂ ਮੰਨ ਲਓ ਵੀ ਆਪਾਂ ਐਂਡ ਔਰ ਨੋਟ ਗੇਟਸ ਹੁੰਦੇ ਨੇ, ਇੱਕ ਬੂਲੀਅਨ ਅਲਜੈਬਰਾ ਹੁੰਦਾ ਹੈ, ਉਹਦੇ ਵਿੱਚ ਆਪਾਂ ਨੈਕਸਟ ਇਹ ਵੀ ਬੱਚੇ ਪੜ੍ਹਾਂਗੇ ਇਹਦੇ ਬਾਰੇ। ਦੈਨ ਉਹਦੇ ਵਿੱਚ ਕੀ ਹੁੰਦਾ ਕਿ ਐਂਡ ਆਪਰੇਟਰ ਮਤਲਬ ਐਂਡ ਆਪਾਂ ਪੰਜਾਬੀ ਦੇ ਵਿੱਚ ਦੇਖਿਓ ਐਂਡ ਕੀ ਹੁੰਦਾ? ਅਤੇ, ਠੀਕ ਹੈ। ਮਤਲਬ ਇਹ ਵੀ ਅਤੇ ਇਹ ਵੀ, ਠੀਕ ਹੈ। ਔਰ ਜਿਹਨੂੰ ਆਪਾਂ ਹਿੰਦੀ 'ਚ ਕਹਿ ਦਿੰਦੇ ਹਾਂ ਕਿ ਮੈਨੂੰ ਇਹ ਵੀ ਚਾਹੀਦਾ ਹੈ ਅਤੇ ਇਹ ਵੀ ਚਾਹੀਦਾ ਹੈ, ਠੀਕ ਹੈ। ਜਦੋਂ ਦੋਨੋਂ ਇਨਕਲੂਡ ਆਪਾਂ ਕਰਨੇ ਹੋਣ। ਔਰ ਆਪਰੇਟਰ ਆਪਾਂ ਕਦੋਂ ਯੂਜ਼ ਕਰਦੇ ਹਾਂ ਬੱਚੇ? ਜਦੋਂ ਆਪਾਂ ਕੋਈ ਵੀ ਇੱਕ ਵੈਲਿਊ ਚੂਜ਼ ਕਰਨੀ ਹੈ ਵੀ ਜਾਂ ਤਾਂ ਆਪਣੇ ਕੋਲ ਇਹ ਹੋਏਗਾ ਜਾਂ ਇਹ ਹੋਏਗਾ, ਠੀਕ ਹੈ। ਨੋਟ ਆਪਰੇਟਰ ਮਤਲਬ ਕੋਈ ਵੀ ਨਹੀਂ, ਠੀਕ ਹੈ। ਕੋਈ ਵੀ ਚੀਜ਼ ਹੈ ਨਹੀਂ ਉਹਦੀ, ਜਾਂ ਫਿਰ ਆਪਾਂ ਕਹਿ ਦਿੰਦੇ ਹਾਂ ਜੇ ਚੀਜ਼ ਹੈਗੀ ਹੈ ਤਾਂ ਨਹੀਂ ਹੋਊਗੀ, ਠੀਕ ਹੈ। ਇਹ ਚੀਜ਼ ਹੈਪਨਡ ਨਹੀਂ ਹੋਊਗੀ। ਜੇਕਰ ਇਹ ਮੌਜੂਦ ਨਹੀਂ ਹੈਗਾ ਉਹਦੀ ਪ੍ਰੈਜ਼ੈਂਸ ਦੇ ਵਿੱਚ, ਇਹ ਚੀਜ਼ ਹੋ ਸਕਦੀ ਹੈ, ਠੀਕ ਹੈ। ਦੈਨ ਇਹ ਆਪਣੇ ਕੋਲੇ ਹੈ ਨੋਟ ਆਪਰੇਟਰ। ਤਾਂ ਇਹਨਾਂ ਨੂੰ ਲੌਜੀਕਲ ਆਪਰੇਟਰਸ ਆਪਾਂ ਨਾਮ ਦਿੰਦੇ ਹਾਂ। ਨੈਕਸਟ ਹੈ ਆਪਣੇ ਕੋਲ ਬੱਚੇ ਅਸਾਈਨਮੈਂਟ ਆਪਰੇਟਰ। ਅਸਾਈਨਮੈਂਟ ਆਪਰੇਟਰ ਮੀਨਸ ਜਿਹਦੇ ਨਾਲ ਆਪਾਂ ਕੁਝ ਅਸਾਈਨ ਕਰੀਏ, ਕੋਈ ਵੈਲਿਊ ਨੂੰ ਅਸਾਈਨ ਕਰੀਏ, ਉਹ ਆਪਣੇ ਕੋਲ ਹੈ ਅਸਾਈਨਮੈਂਟ ਆਪਰੇਟਰ। ਜਿਵੇਂ ਹੁਣ ਇਹਨਾਂ ਨੇ ਇਹਦੇ ਵਿੱਚ ਲਿਆ, ਦੇਖੋ x ਪਲੱਸ ਇਜ਼ ਇਕੁਅਲ ਟੂ y ਪਲੱਸ 1। ਇਹਨੂੰ ਆਪਾਂ ਐਵੇਂ ਵੀ ਲਿਖ ਸਕਦੇ ਹਾਂ x ਇਜ਼ ਇਕੁਅਲ ਟੂ x ਪਲੱਸ y ਪਲੱਸ 1, ਠੀਕ ਹੈ। ਮਤਲਬ ਇਹ ਇਕੁਅਲ ਟੂ ਪਾ ਕੇ x ਪਲੱਸ ਵਾਈ ਪਲੱਸ 1, x ਦੀ ਜੋ ਵੈਲਿਊ ਹੈ, y ਦੀ ਜੋ ਵੈਲਿਊ ਹੈ, ਸਾਰੇ ਐਡ ਕਰਨ ਤੋਂ ਬਾਅਦ 1 ਉਹਦੇ 'ਚ ਐਡ ਕਰਾਂਗੇ। ਜੋ ਰਿਜ਼ਲਟ ਆਏਗਾ ਉਹਨੂੰ ਆਪਾਂ ਕਿਹਦੇ 'ਚ ਸਟੋਰ ਕਰ ਦਾਂਗੇ? x ਦੇ ਵਿੱਚ। ਨੈਕਸਟ ਜਦੋਂ ਆਪਾਂ ਵੈਲਿਊ ਲਵਾਂਗੇ ਤਾਂ ਜਿਹੜੀ ਇਹਦੇ ਵਿੱਚ ਮੰਨ ਲਓ ਇੱਥੇ ਹੁਣ ਆਪਣੇ ਕੋਲ ਕੀ ਸੀ? x ਦੀ ਵੈਲਿਊ 4, ਇਹਦੀ ਵੈਲਿਊ ਸੀ 5, ਇਹਦੀ ਵੈਲਿਊ ਸੀ 1। ਦੈਨ 4 ਪਲੱਸ 5 ਪਲੱਸ 1 ਇਹ ਕੀ ਹੋ ਗਿਆ? 10। ਦੈਨ x ਦੀ ਵੈਲਿਊ ਹੁਣ ਕੀ ਹੋ ਗਈ? 10। ਨੈਕਸਟ ਜਦੋਂ ਆਪਾਂ ਕੋਈ ਆਪਰੇਸ਼ਨ ਪਰਫੋਰਮ ਕਰਾਂਗੇ, ਮੰਨ ਲਓ ਮੈਨੇ ਸਪੋਜ਼ ਇੱਥੇ ਫੇਰ ਲਿਆ x ਪਲੱਸ ਵਾਈ ਪਲੱਸ 1। ਇੱਥੇ ਹੁਣ x ਦੀ ਵੈਲਿਊ ਕੀ ਸੀ? 10, ਅਤੇ y ਦੀ ਵੈਲਿਊ 3 ਸੀ ਸਪੋਜ਼, ਮੇਰੇ ਕੋਲ ਆ 1, ਠੀਕ ਹੈ। ਤਾਂ ਇੱਥੇ ਕੀ ਹੋ ਗਿਆ? 10, 13 ਐਂਡ 14। ਤਾਂ ਹੁਣ x ਦੀ ਵੈਲਿਊ ਕੀ ਹੋ ਗਈ? 14। ਤਾਂ ਇਸ ਚੀਜ਼ ਦਾ ਮਤਲਬ ਇਹ ਹੁੰਦਾ ਹੈ ਕਿ x ਪਲੱਸ ਇਜ਼ ਇਕੁਅਲ ਟੂ y ਪਲੱਸ 1 ਮੀਨਸ ਕਿ x ਨੂੰ ਵੀ ਆਪਾਂ ਉਹਦੇ ਵਿੱਚ ਪਲੱਸ ਕਰ ਰਹੇ ਹਾਂ। ਇਹ ਚੀਜ਼ ਆਪਾਂ ਤਾਂ ਲਿਖਦੇ ਹਾਂ ਕਿ ਉਹ ਪਲੱਸ ਵੀ ਹੋਏਗਾ ਅਤੇ ਉਹ ਜਿਹੜੀ ਵੈਲਿਊ ਆਏਗੀ ਉਹ x ਦੇ ਵਿੱਚ ਹੀ ਸਟੋਰ ਹੋਏਗੀ। ਇਹ ਕੀ ਹੈ? ਦਿਸ ਇਜ਼ ਸੇਮ ਐਜ਼ ਦਾ ਸਟੇਟਮੈਂਟ। ਆ ਦੇਖੋ ਇਹਨਾਂ ਨੇ ਇੱਥੇ ਲਿਆ ਕਿ x ਇਜ਼ ਇਕੁਅਲ ਟੂ x ਪਲੱਸ y ਪਲੱਸ 1, ਚਾਹੇ y ਪਲੱਸ 1 ਨੂੰ ਪਹਿਲਾਂ ਐਡ ਕਰ ਲਓ, ਫਿਰ ਉਹਦੇ 'ਚ x ਐਡ ਕਰ ਦਿਓ, ਜੋ ਵੈਲਿਊ ਆਏਗੀ ਆਪਣੇ ਕੋਲੇ ਉਹ x ਦੇ ਵਿੱਚ ਸਟੋਰ ਹੋਏਗੀ।
ਦੈਨ ਉਸ ਤੋਂ ਬਾਅਦ ਹੈ ਬੱਚੇ ਆਪਣੇ ਕੋਲ ਸ਼ਾਰਟ ਹੈਂਡ ਅਸਾਈਨਮੈਂਟ ਆਪਰੇਟਰਸ। ਇਹਦੇ ਵਿੱਚ ਕੀ ਹੈ, ਸਟੇਟਮੈਂਟ ਵਿਦ ਦਾ ਸਿੰਪਲ ਸ਼ਾਰਟ ਹੈਂਡ ਆਪਰੇਟਰ ਅਸਾਈਨਮੈਂਟ ਆਪਰੇਟਰ। A ਪਲੱਸ ਮਤਲਬ ਸ਼ਾਰਟ ਹੈਂਡ ਆਪਰੇਟਰਸ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ, ਜਿਹੜਾ ਇਹ ਪਲੱਸ ਇਜ਼ ਇਕੁਅਲ ਟੂ, ਇਹ ਕੀ ਹੈ, ਸ਼ਾਰਟ ਹੈਂਡ ਹੈ। ਮਤਲਬ ਆਪਾਂ ਆਹ ਸਟੇਟਮੈਂਟ ਲਿਖਣ ਨਾਲੋਂ ਇਹਨੂੰ ਸ਼ਾਰਟ ਹੈਂਡ ਲਈ ਆਪਾਂ ਇਹ ਚੀਜ਼ ਲਿਖ ਦਿੰਦੇ ਹਾਂ, ਇਹਨੂੰ ਕਹਿੰਦੇ ਆ ਸ਼ਾਰਟ ਹੈਂਡ ਅਸਾਈਨਮੈਂਟ ਆਪਰੇਟਰ। ਅਸਾਈਨਮੈਂਟ ਆਪਰੇਟਰ ਵੈਸੇ ਉਹ ਹੁੰਦੇ ਆ ਜੋ ਕਿਸੇ ਨੂੰ ਵੈਲਿਊ ਅਸਾਈਨ ਕਰਦੇ ਆ, ਠੀਕ ਹੈ। ਦੈਨ ਆਪਣੇ ਕੋਲ ਇਨਕਰੀਮੈਂਟ ਐਂਡ ਡਿਕਰੀਮੈਂਟ ਆਪਰੇਟਰ। ਮੈਂ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ, ਇਨਕਰੀਮੈਂਟ ਜੋ ਇਨਕਰੀਜ਼ ਕਰਦਾ ਹੈ ਬਾਈ 1 ਵੈਲਿਊ, ਡਿਕਰੀਮੈਂਟ ਜੋ ਡਿਕਰੀਜ਼ ਕਰਦਾ ਹੈ ਬਾਈ 1 ਵੈਲਿਊ। ਇਨਕਰੀਮੈਂਟ ਆਪਰੇਟਰ ਪਲੱਸ ਪਲੱਸ, ਡਿਕਰੀਮੈਂਟ ਆਪਰੇਟਰ ਮਾਈਨਸ ਮਾਈਨਸ, ਇਹ ਆਪਾਂ ਯੂਜ਼ ਕਰਦੇ ਹਾਂ ਜਦੋਂ ਵੀ ਕਿਸੇ ਦੇ ਅੱਗੇ ਆਪਾਂ ਇਹ ਲਗਾਉਂਦੇ ਹਾਂ। ਜੇ ਮੰਨ ਲਓ ਇੱਥੇ ਲਗਾਇਆ ਹੈ ਮਾਈਨਸ, ਇਹਦੇ ਵਿੱਚ ਹੈ ਪਲੱਸ ਪਲੱਸ ਐਮ ਜਾਂ ਫਿਰ ਐਮ ਪਲੱਸ ਪਲੱਸ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਇਹ ਇਨਕਰੀਮੈਂਟ ਲੱਗ ਰਿਹਾ, ਇਹਦੇ ਵਿੱਚ ਪਹਿਲਾਂ ਇਨਕਰੀਮੈਂਟ ਵੈਲਿਊ ਹੋਏਗੀ, ਇਹਦੇ ਵਿੱਚ ਕੀ ਹੈ ਬਾਅਦ 'ਚ ਇਨਕਰੀਮੈਂਟ ਹੋਏਗੀ। ਇਹਦੇ ਵਿੱਚ ਕੀ ਹੈ, ਪਹਿਲਾਂ ਡਿਕਰੀਮੈਂਟ ਹੋ ਜਾਏਗਾ, ਐਮ ਮਾਈਨਸ ਮਾਈਨਸ ਜਦੋਂ ਬਾਅਦ ਦੇ ਵਿੱਚ ਹੈ ਤਾਂ ਬਾਅਦ ਦੇ ਵਿੱਚ ਉਹਦੇ 'ਚ ਡਿਕਰੀਮੈਂਟ ਹੋਏਗਾ। ਨੈਕਸਟ ਆਪਣੇ ਕੋਲ ਬੱਚੇ ਹੈ ਕੰਡੀਸ਼ਨਲ ਆਪਰੇਟਰਸ। ਕੰਡੀਸ਼ਨ ਆਪਣੇ ਆਪਰੇਟਰ ਮੀਨਸ ਜਿੱਥੇ ਕੋਈ ਕੰਡੀਸ਼ਨ ਹੁੰਦੀ ਹੈ। ਜਿਵੇਂ ਮੰਨ ਲਓ ਮੇਰੇ ਕੋਲ ਇੱਕ ਕੰਡੀਸ਼ਨ ਹੈ ਕਿ ਇਫ x is greater than 5, ਜਾਂ ਫਿਰ ਆਪਾਂ ਇਹ ਲਗਾ ਲਓ ਕਿ ਇਹਦੇ ਵਿੱਚ ਜੋ ਹੈ ਕਿ x ਏਜ ਹੈ, ਆਪਾਂ ਨੇ ਏਜ ਨੂੰ ਲਿਆ ਕਿ ਜੇਕਰ ਮੇਰੀ ਏਜ ਹੈ, ਜੇਕਰ ਮੇਰੇ ਕੋਲ ਏਜ ਹੈ ਬੱਚੇ ਦੇ, ਇਹਦੇ ਵਿੱਚ ਜੋ ਮੰਨ ਲਓ ਸਪੋਜ਼ ਮੇਰੇ ਕੋਲ ਏਜ ਹੈ, ਦੇਖੋ ਇਹਨਾਂ ਨੇ ਇੱਥੇ ਹੀ ਲੈ ਲਿਆ, ਇਹ ਐਗਜ਼ਾਮਪਲ ਲੈ ਲੈਂਦੇ ਆਪਾਂ ਕਿ ਪਹਿਲਾਂ ਤਾਂ ਇਹਦਾ ਸਿੰਟੈਕਸ ਕੀ ਹੈ ਕਿ ਕੋਈ ਐਕਸਪ੍ਰੈਸ਼ਨ 1 ਹੋਊਗਾ, ਉਹਦੇ 'ਤੇ ਕੰਡੀਸ਼ਨ ਹੋਊਗੀ, ਉਹਦੀ ਕੰਡੀਸ਼ਨ ਦੇ ਅਕੋਰਡਿੰਗ ਫਿਰ 2 ਐਕਸਪ੍ਰੈਸ਼ਨਸ ਨੇ। ਜੇਕਰ ਕੰਡੀਸ਼ਨ ਉਹਨੂੰ ਮੈਚ ਕਰ ਰਹੀ ਹੈ ਦੈਨ ਐਕਸਪ੍ਰੈਸ਼ਨ 2 ਹੋਏਗਾ, ਅਦਰਵਾਈਜ਼ ਉਹ ਕਿਹਦੇ ਕੋਲ ਜਾਏਗਾ, ਐਕਸਪ੍ਰੈਸ਼ਨ 3 ਕੋਲੇ, ਵੀ ਰੀ ਐਗਜ਼ੀਕਿਊਟਿਡ, ਠੀਕ ਹੈ। ਜਿਵੇਂ ਐਗਜ਼ਾਮਪਲ ਲਈ ਹੈ, ਇਫ a ਇਜ਼ ਗ੍ਰੇਟਰ ਦੈਨ 1 ਦੈਨ x ਦੀ ਵੈਲਿਊ ਕਿਹਦੇ ਇਕੁਅਲ ਹੋ ਜੂਗੀ, a ਦੇ, ਅਦਰਵਾਈਜ਼ ਕੀ ਹੈ x ਦੇ ਵਿੱਚ ਵੈਲਿਊ v ਸਟੋਰ ਹੋ ਜਾਏਗੀ। ਜਾਂ ਫਿਰ ਆਪਾਂ ਐਗਜ਼ਾਮਪਲ ਇਹ ਵੀ ਲੈ ਸਕਦੇ ਹਾਂ ਕਿ ਜੇਕਰ ਮੰਨ ਲਓ ਮੈਨੇ ਕੋਈ ਐਵੇਂ ਦਾ ਕੋਈ ਟੈਸਟ ਰਿਕਾਰਡ ਹੈ, ਜਾਂ ਫਿਰ ਆਪਾਂ ਕਹਿ ਦਈਏ ਕੋਈ ਐਵੇਂ ਦਾ ਪਰਫੋਰਮੈਂਸ ਹੋਣ ਜਾ ਰਹੀ ਹੈ ਜਿਹਦੇ ਵਿੱਚ ਏਜ ਦੇ ਡਿਪੈਂਡ ਆਪਾਂ ਕੁਛ ਵੀ ਬੱਚੇ ਕਰ ਲੈਣੇ ਨੇ। ਦੈਨ ਅਗਰ ਆਪਣੇ ਕੋਲ ਏਜ ਅਬਵ 20 ਹੈ ਦੈਨ ਮੇਰੇ ਕੋਲ ਕੰਡੀਸ਼ਨ ਕੀ ਹੋਊਗੀ, ਪਰਸਨਸ ਵਿਲ ਇਨਕਲੂਡਡ, ਠੀਕ ਹੈ। ਦੈਨ ਐਲਸ ਕੀ ਹੋਏਗਾ ਕਿ ਅਦਰਵਾਈਜ਼ ਜੇਕਰ ਮਤਲਬ ਜਦੋਂ 20 ਤੋਂ ਅਬਵ ਹੈ ਏਜ ਤਾਂ ਹੀ ਮੈਂ ਪਰਸਨਸ ਲੈ ਰਹੀ ਹਾਂ। ਐਲਸ ਕੀ ਹੈ ਕਿ ਆਲ ਪਰਸਨ ਵਿਲ ਬੀ ਆਊਟ ਆਫ ਦੈਟ ਪ੍ਰੋਗਰਾਮ, ਠੀਕ ਹੈ। ਇਹ ਕੀ ਕੰਡੀਸ਼ਨ ਹੈ ਮੇਰੇ ਕੋਲੇ। ਦੈਨ ਉਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਹੈ ਬੱਚੇ ਵਿਟ ਵਾਈਜ਼ ਆਪਰੇਟਰਸ ਐਂਡ ਸਪੈਸ਼ਲ ਆਪਰੇਟਰਸ। ਵਿਟ ਵਾਈਜ਼ ਆਪਰੇਟਰਸ ਦੇ ਵਿੱਚ ਇਹਨਾਂ ਦੇ ਵਿੱਚ ਜਿਵੇਂ ਕੋਮਾ ਆਪਰੇਟਰ ਆ ਗਏ, ਠੀਕ ਹੈ। ਇਹ ਸਪੈਸ਼ਲ ਆਪਰੇਟਰਸ ਨੇ ਕੁਛ ਸਾਈਜ਼ ਆਫ ਆਪਰੇਟਰ ਦੱਸਣ ਲਈ, ਪੁਆਇੰਟਰ ਆਪਰੇਟਰ, ਮੈਂਬਰ ਸਿਲੈਕਸ਼ਨ ਆਪਰੇਟਰਸ, ਠੀਕ ਹੈ। ਇਹ ਕੀ ਨੇ, ਦੇਖੋ ਆਹ ਪੁਆਇੰਟਰ ਆਪਰੇਟਰਸ ਨੇ, ਪੁਆਇੰਟ ਕਰਦੇ ਨੇ ਕਿਸੇ ਚੀਜ਼ ਨੂੰ। ਦੈਨ ਇਹ ਕੀ ਹੈ, ਮੈਂਬਰ ਸਿਲੈਕਸ਼ਨ, ਮੈਂਬਰ ਜਦੋਂ ਆਪਾਂ ਸਿਲੈਕਸ਼ਨ ਕਰਨੀ ਹੈ। ਕੋਮਾ ਆਪਰੇਟਰ ਹੈ ਆਪਣੇ ਕੋਲੇ, ਕੋਮਾ ਆਪਰੇਟਰ ਦੇ ਵਿੱਚ ਕੀ ਹੁੰਦਾ, ਦੇਖੋ x ਇਜ਼ ਇਕੁਅਲ ਟੂ 10 y ਇਜ਼ ਇਕੁਅਲ ਟੂ 5 x ਪਲੱਸ y, ਠੀਕ ਹੈ। ਇਹ ਆਪਾਂ ਕੋਮਾ ਆਪਰੇਟਰ ਯੂਜ਼ ਕਰਕੇ ਤਿੰਨ ਜੋ ਆਪਣੀਆਂ ਆਪਰੇਸ਼ਨਸ ਸੀ ਆਪਾਂ ਇਕੱਠੇ ਹੀ ਪਰਫੋਰਮ ਕਰ ਲਏ। ਇਹ ਆਪਾਂ ਕੋਮਾ ਆਪਰੇਟਰ ਦੇ ਨਾਲ ਇਹ ਚੀਜ਼ ਨੂੰ ਕਰ ਲੈਂਦੇ ਹਾਂ। ਦੈਨ ਸਾਈਜ਼ ਆਫ ਆਪਰੇਟਰ, ਸਾਈਜ਼ ਆਫ ਆਪਰੇਟਰ ਨਾਲ ਆਪਾਂ ਕਿਸੇ ਚੀਜ਼ ਦਾ ਸਾਈਜ਼ ਚੈੱਕ ਕਰਨਾ ਹੈ। ਇਹਨਾਂ ਨੇ ਕਿਹਾ m ਇਜ਼ ਇਕੁਅਲ ਟੂ ਸਾਈਜ਼ ਆਫ ਸਮ, ਜੋ ਆਪਾਂ ਨੇ ਸਮ ਕੀਤਾ ਕਿਸੇ ਵੈਲਿਊ, ਸਮ ਦੇ ਵਿੱਚ ਜੋ ਸਟੋਰ ਸੀ ਕੋਈ ਵੀ ਵੈਲਿਊ SUM ਕੋਈ ਵੇਰੀਏਬਲ ਲੈ ਲਿਆ ਆਪਾਂ, ਉਹਦੇ ਵਿੱਚ ਜੋ ਵੈਲਿਊ ਸਟੋਰ ਸੀ ਮੈਨੇ ਉਹਦਾ ਸਾਈਜ਼ ਚੈੱਕ ਕਰਨਾ ਹੈ। ਦੈਨ ਕੀ ਹੈ, ਸਾਈਜ਼ ਆਫ ਆਪਰੇਟਰ, ਸਾਈਜ਼ ਆਫ ਜਦੋਂ ਮੈਂ ਉਹਦੇ ਬਾਹਰ ਇਹ ਲਿਖਾਂਗੀ ਇੱਕ ਐਜ਼ ਅ ਫੰਕਸ਼ਨ ਵੀ ਪਰਫੋਰਮ ਕਰਦਾ ਆਪਣਾ ਟਾਸਕ, ਅਤੇ ਸਾਈਜ਼ ਆਫ ਜਿਹੜਾ ਹੈ ਇਹਦੇ ਵਿੱਚ ਆਪਾਂ ਨੂੰ ਸਾਈਜ਼ ਦੱਸ ਦੇਗਾ ਕਿ ਜੋ ਉਹਦੇ ਵਿੱਚ ਵੈਲਿਊ ਪਈ ਆ ਉਹਦਾ ਕਿੰਨਾ ਸਾਈਜ਼ ਹੈ। ਜਿਵੇਂ ਹੁਣ SUM ਹੈ, ਇਹਦੇ ਵਿੱਚ 3 ਵੇਰੀਏਬਲਸ ਨੇ ਤਾਂ ਇਹਦਾ ਸਾਈਜ਼ ਦੱਸੇਗਾ 3, ਠੀਕ ਹੈ। ਦੈਨ ਸਾਈਜ਼ ਆਫ ਲੌਂਗ ਇੰਟ 3, ਦੈਨ k ਇਜ਼ ਇਕੁਅਲ ਟੂ ਸਾਈਜ਼ ਆਫ ਦਿਸ, ਤਾਂ ਇਹਨਾਂ ਦੇ ਜੋ ਆਪਣੇ ਕੋਲ ਆਨਸਰ ਆਉਣਗੇ ਉਹ ਅੰਦਰਲੇ ਜੋ ਇੰਟੀਜ਼ਰਸ ਨੇ ਜਾਂ ਜੋ ਕਰੈਕਟਰਸ ਨੇ ਉਹਨਾਂ ਨੂੰ ਕਾਊਂਟ ਕਰਕੇ ਆਪਣੇ ਕੋਲੇ ਸਾਈਜ਼ ਦੱਸ ਦੇਗਾ 2 3 4 5 ਜਿੰਨੇ ਦਾ ਵੀ ਉਹ ਉਹਦੇ ਵਿੱਚ ਵੇਰੀਏਬਲਸ ਨੇ। ਆਪਰੇਟਰ ਮੀਨਿੰਗ ਕੀ ਹੈ, ਵਿਟ ਵਾਈਜ਼ ਆਪਰੇਟਰ, ਵਿਟ ਵਾਈਜ਼ ਐਂਡ, ਵਿਟ ਵਾਈਜ਼ ਔਰ, ਵਿਟ ਵਾਈਜ਼ ਐਗਜ਼ੋਰ, ਜੋ ਆਪਾਂ ਲੌਜੀਕਲੀ ਕੀਤੇ ਨੇ ਐਂਡ ਔਰ ਨੋਟ, ਤਾਂ ਇਹਦੇ ਵਿੱਚ ਵਿਟ ਵਾਈਜ਼ ਆਪਰੇਟਰਸ ਨੇ ਐਂਡ ਔਰ ਐਗਜ਼ੋਰ, ਇਹ ਸਾਰੇ ਆਪਣੇ ਕੋਲ ਨੇ। ਵਨਜ਼ ਕੰਪਲੀਮੈਂਟ ਹੈ, ਸ਼ਿਫਟ ਲੈਫਟ, ਸ਼ਿਫਟ ਰਾਈਟ, ਇਹ ਸ਼ਿਫਟ ਆਪਰੇਟਰਸ ਨੇ ਆਪਣੇ ਕੋਲ,
ਕਿ ਆਪਾਂ ਚੀਜ਼ ਜਦੋਂ ਵੈਲਿਊ ਨੂੰ ਲੈਫਟ ਸਾਈਡ ਸ਼ਿਫਟ ਕਰਨਾ, ਸ਼ਿਫਟ ਰਾਈਟ, ਤਾਂ ਆਪਾਂ ਅੱਗੇ ਇਹਨਾਂ ਦੇ ਜੋ ਪ੍ਰੋਗਰਾਮਸ ਨੇ ਕੋਡਿੰਗਸ ਦੇ ਵਿੱਚ ਆਪਾਂ ਦੇਖਾਂਗੇ ਕਿ ਕਿਵੇਂ ਯੂਜ਼ ਕਰ ਰਹੇ ਇਹਨਾਂ ਨੂੰ। ਠੀਕ ਹੈ ਜੀ। ਇਹਨਾਂ ਨੇ ਕਿਹਾ ਲੈਟ ਸਮ ਅਪ। ਸਮ ਅਪ ਮੀਨਸ ਕਿ ਆਪਾਂ ਇਹਨਾਂ ਨੂੰ ਦੇਖੀਏ ਇਕੱਠਾ ਕਰਕੇ ਕਿ ਇਹਦੇ ਵਿੱਚ ਕੀ ਹੋ ਰਿਹਾ। ਦੈਨ ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਬੱਚੇ ਇਹਦੇ ਵਿੱਚ ਐਕਸਪ੍ਰੈਸ਼ਨਸ ਨੇ, ਅਰਥਮੈਟਿਕ ਐਕਸਪ੍ਰੈਸ਼ਨਸ ਨੇ ਜਿਵੇਂ। ਠੀਕ ਹੈ, ਇਹਨਾਂ ਨੇ ਉਹਦੇ ਵਿੱਚ ਲਿਆ ਐਕਸਪ੍ਰੈਸ਼ਨਸ ਕੀ ਹੁੰਦਾ ਹੈ ਕਿ ਜੋ ਆਪਾਂ ਕਿਸੇ ਟਾਸਕ ਨੂੰ ਪਰਫੋਰਮ ਕਰਵਾਉਣ ਦੇ ਲਈ ਜੋ ਐਕਸਪ੍ਰੈਸ਼ਨ ਬਣਾਇਆ ਹੈ, ਜਾਂ ਜੋ ਇੱਕ ਆਪਾਂ ਉਹਨੂੰ ਪ੍ਰੋਪਰਲੀ ਇੱਕ ਫਾਰਮੂਲੇਸ਼ਨ ਵੇ ਦੇ ਵਿੱਚ ਲਿਖਿਆ ਹੈ। ਜਿਵੇਂ ਹੁਣ ਇਹ ਲਗਾ ਲਓ ਕਿ A=X + Y, ਇਹ ਕੀ ਆਪਣੇ ਕੋਲ ਐਕਸਪ੍ਰੈਸ਼ਨ ਹੈ। ਠੀਕ ਹੈ, ਓਪਰੇਟਰਸ ਨੂੰ, ਓਪਰੈਂਡਸ ਨੂੰ ਆਪਾਂ ਇਕੱਠਾ ਕਰਕੇ ਇੱਕ ਫਾਰਮੂਲੇਟਡ ਇੱਕ ਪ੍ਰੋਪਰ ਵੇ ਦੇ ਵਿੱਚ ਉਹਨੂੰ ਲਿਖਣਾ, ਰਾਈਟ ਕਰਨਾ, ਉਸ ਚੀਜ਼ ਨੂੰ ਆਪਾਂ ਕੀ ਨਾਮ ਦਿੰਦੇ ਹਾਂ? ਅਰਥਮੈਟਿਕ ਐਕਸਪ੍ਰੈਸ਼ਨ। ਦੈਨ ਹੈ ਆਪਣੇ ਕੋਲ ਇਵੈਲੂਏਸ਼ਨ ਆਫ ਐਕਸਪ੍ਰੈਸ਼ਨ, ਕਿ ਉਸ ਆਪਰੇਸ਼ਨ ਨੂੰ ਆਪਾਂ ਇਵੈਲੂਏਟ ਕਿਵੇਂ ਕਰਦੇ ਹਾਂ। ਦੈਨ ਆਪਣੇ ਕੋਲ ਹੈ ਇਹਦੇ ਵਿੱਚ ਜਿਵੇਂ ਇਹ ਐਕਸਪ੍ਰੈਸ਼ਨ ਹੈ AX = A × B - C, ਤਾਂ ਇਵੈਲੂਏਟ ਕਿਵੇਂ ਹੋਏਗਾ ਇਹਨੂੰ ਆਪਾਂ ਐਕਸਪ੍ਰੈਸ਼ਨ ਨੂੰ ਕਿਵੇਂ ਸੋਲਵ ਕਰਾਂਗੇ। ਦੈਨ ਜਿਵੇਂ ਆਪਣੀ ਮੈਥਮੈਟੀਕਲੀ ਜੋ ਅਰਥਮੈਟੀਕਲੀ ਦੇ ਅਕੋਰਡਿੰਗ ਆਪਣੇ ਬੋਰਡ ਮਾਸ ਮੈਥਡ ਹੈ, ਜਾਂ ਜੋ ਵੀ ਮੈਥਡ ਆਪਾਂ ਮੈਥਸ ਦੇ ਵਿੱਚ ਅਰਥਮੈਟਿਕਸ ਦੇ ਵਿੱਚ ਯੂਜ਼ ਕਰਦੇ ਹਾਂ, ਉਹ ਸੇਮ ਮੈਥਡਸ ਹੀ ਯੂਜ਼ ਹੋਣਗੇ। ਜਿਵੇਂ ਹੁਣ ਇੱਥੇ ਮਲਟੀਪਲੀਕੇਸ਼ਨ ਹੈ, ਦੈਨ ਫਰਸਟਲੀ ਵੀ ਵਿਲ ਮਲਟੀਪਲਾਈ ਥੀਜ਼ ਟੂ ਵੈਲਿਊਜ਼ A × B. After that we will subtract C from that multiplicated value, and there is a y = V / C × A. Then firstly there will be division. After that division, which value will come out, we will divide that value with A. जो वैल्यू B ਤੇ C ਨੂੰ ਡਿਵਾਈਡ ਕਰਨ ਤੋਂ ਬਾਅਦ ਆਏਗੀ, ਆਪਾਂ ਉਹਨੂੰ A ਨਾਲ ਡਿਵਾਈਡ ਕਰਾਂਗੇ। ਦੈਨ ਪ੍ਰੈਸੀਡੈਂਸ ਆਫ ਅਰਥਮੈਟਿਕ ਆਪਰੇਟਰਸ, ਇਹਨਾਂ ਦਾ ਐਕਚੁਅਲ ਦੇ ਵਿੱਚ ਕੀ ਮੀਨਿੰਗ ਹੈ, ਕਿਵੇਂ ਚੱਲਦਾ। ਦੇਖੋ ਇਹਨਾਂ ਨੇ ਇਹੀ ਐਕਸਪ੍ਰੈਸ਼ਨਸ ਲਏ ਨੇ, ਇਹਨਾਂ ਨੂੰ ਸੋਲਵ ਆਊਟ ਕੀਤਾ ਕਿ ਇਹ ਕਿਵੇਂ ਹੁੰਦੇ ਨੇ। ਜਿਵੇਂ ਹੁਣ ਇਹ ਐਕਸਪ੍ਰੈਸ਼ਨ ਲਿਆ ਇਹਨਾਂ ਨੇ, ਦੈਨ ਇਹਨਾਂ ਨੇ ਪ੍ਰਿੰਟ ਐਫ ਕਰਾਇਆ। ਪ੍ਰਿੰਟ ਐਫ, ਸਕੈਨ ਐਫ ਬੱਚੇ ਦੇ ਵਿੱਚ ਕੋਡਿੰਗ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ C ਦੀ ਵੈਲਿਊ ਦੇ ਵਿੱਚ। C++ ਦੇ ਵਿੱਚ ਜਦੋਂ ਆਪਾਂ ਯੂਜ਼ ਕਰਦੇ ਹਾਂ ਪ੍ਰਿੰਟ ਐਫ, ਮਤਲਬ ਜਦੋਂ ਆਪਾਂ ਕਿਸੇ ਵੈਲਿਊ ਨੂੰ ਪ੍ਰਿੰਟ ਐਫ ਕਰਵਾਉਣਾ ਹੈ। ਸਕੈਨ ਐਫ ਮਤਲਬ ਜਦੋਂ ਆਪਾਂ ਕਿਸੇ ਚੀਜ਼ ਦੀ ਆਊਟਪੁੱਟ ਲੈਣੀ ਹੈ। ਦੈਨ C++ ਦੇ ਵਿੱਚ ਆਪਾਂ ਹੀ ਯੂਜ਼ ਕਰਦੇ ਹਾਂ Cin, Cout। Cin ਫॉर ਇਨਪੁੱਟ, Cout ਫॉर ਆਊਟਪੁੱਟ। ਦੈਨ ਉਸ ਤੋਂ ਬਾਅਦ ਆਪਣੀਆਂ ਕੁਝ ਇਹਨਾਂ ਨੇ ਕਿਹਾ ਕਿ ਪ੍ਰੋਗਰਾਮ ਹੈ, ਕਨਸੈਪਚੁਅਲ ਪ੍ਰੋਬਲਮਸ ਨੇ। ਠੀਕ ਹੈ, ਉਹਨਾਂ ਨੂੰ ਲੈ ਕੇ ਇਹਨਾਂ ਨੂੰ ਸੋਲਵ ਕੀਤਾ ਹੋਇਆ। ਇਹ ਬੱਚੇ ਤੁਸੀਂ ਈਜ਼ੀਲੀ ਦੇਖ ਸਕਦੇ ਹੋ। ਦੈਨ ਉਸ ਤੋਂ ਬਾਅਦ ਇਹ ਮੇਨਲੀ ਐਕਸਪ੍ਰੈਸ਼ਨਸ ਤਾਂ ਇਹੀ ਹੁੰਦੇ ਹੈ ਕਿ ਜੋ ਆਪਾਂ ਉਹਦੇ ਵਿੱਚ ਯੂਜ਼ ਕਰਦੇ ਹਾਂ, ਕਿਸੇ ਜੋ ਆਪਾਂ ਡਾਟਾ ਨੂੰ ਲਿਆ ਹੋਇਆ, ਜਾਂ ਆਪਾਂ ਜੋ ਵੀ ਓਪਰੇਟਰਸ ਹੁਣ ਤੱਕ ਯੂਜ਼ ਕੀਤੇ ਹੈ, ਉਹ ਓਪਰੈਂਟਸ ਨਾਲ ਉਹਨਾਂ ਨੂੰ ਸਮ ਅਪ ਕਰਕੇ ਇੱਕ ਪ੍ਰੋਪਰ ਵੇ ਦੇ ਵਿੱਚ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ, ਦੈਟ ਇਜ਼ ਕਾਲਡ ਦਾ ਐਕਸਪ੍ਰੈਸ਼ਨ। ਦੈਨ ਟਾਈਪ ਕਨਵਰਜ਼ਨ ਬੱਚੇ ਇਹ ਹੈਗੀ ਹੈ, ਇਹ ਆਪਾਂ ਨੈਕਸਟ ਟੌਪਿਕ ਦੇ ਵਿੱਚ ਕਵਰ ਅਪ ਕਰਾਂਗੇ। ਇਹਦੇ ਵਿੱਚ ਟਾਈਪ ਕਨਵਰਜ਼ਨ ਹੈ ਕਿ ਕਿਸੇ ਇੱਕ, ਜਿਵੇਂ ਆਪਣੇ ਕੋਲੇ ਇੰਟ ਵੇਰੀਏਬਲਾਂ ਨੂੰ ਸ਼ਾਰਟ ਵੇਰੀਏਬਲ, ਸ਼ਾਰਟ ਇੰਟ ਦੇ ਵਿੱਚ ਚੇਂਜ ਕਰਨਾ ਕਰੈਕਟਰ ਵੈਲਿਊ ਨੂੰ, ਇਹ ਆਪਾਂ ਟਾਈਪ ਕਨਵਰਜ਼ਨਸ ਅੱਗੇ ਕਰਾਂਗੇ। ਨੈਕਸਟ, ਆਈ ਹੋਪ that you all that material that I have discussed with you, you have understand. If any problem, then you can message me, students. Thank you and bye bye. Stay safe, stay healthy.